अपील भी है कि अपने देश 'ਚ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈਗੀ ਹੈ, ਇਹਦੇ ਡਿਵੈਲਪਮੈਂਟ 'ਚ ਯੋਗਦਾਨ ਦੇਣਾ ਚਾਹੀਦਾ ਹੈ। ਅਦਰਵਾਈਜ਼ ਗਵਰਨਮੈਂਟ ਜੌਬ 'ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ, ਬੜੀ ਲਿਬਰਟੀ ਹੈ। ਤੁਸੀਂ ਲੋਕਾਂ ਦੀ ਸਮਾਜ ਸੇਵਾ ਵੀ ਕਰ ਸਕਦੇ ਹੈਗੇ ਹੋ। ਸਾਡੇ ਕੋਲ ਇੰਨੀਆਂ ਅੱਛੀਆਂ ਸਕੀਮਸ ਆਉਂਦੀਆਂ, ਸਾਨੂੰ ਲੱਗਦਾ ਹੈ ਕਿ ਅਸੀਂ ਫ੍ਰੀ ਦਾ ਪੁੰਨ ਕੱਟ ਰਹੇ ਹਾਂ। ਸਾਨੂੰ ਵੀ ਆਪਣੇ ਕੰਟਰੀ 'ਚ ਡਿਵੈਲਪਮੈਂਟ ਕਰਨ 'ਚ ਤੁਹਾਨੂੰ ਸਭ ਨੂੰ ਯੋਗਦਾਨ ਦੇਣਾ ਚਾਹੀਦਾ। ਜਦੋਂ ਲੀਕ ਤੇ ਪੈ ਗਈ, ਜਦੋਂ ਆਪਾਂ ਕਹਿੰਦੇ ਆ ਵੀ ਟ੍ਰੇਨ ਪਟੜੀ ਤੇ ਚੜ੍ਹ ਗਈ, ਉਸ ਤੋਂ ਬਾਅਦ 23 ਸਾਲ ਦਾ ਸਫ਼ਰ ਕਿਵੇਂ ਬੀਤਿਆ? ਫਸਟ ਪੋਸਟਿੰਗ ਮੇਰੀ ਲੁਧਿਆਣਾ AC ਗ੍ਰੀਵੈਂਸਿਸ ਰਹੀ ਹੈ ਅਤੇ ਇਸ ਤੋਂ ਬਾਅਦ ਫਿਰ ਮੈਂ SDM ਸੰਗਰੂਰ, DTO ਮੋਗਾ, ਕਮਿਸ਼ਨਰ ਮੋਗਾ, ADC ਮੋਗਾ, ਦੈਨ ADC ਫਤਿਹਗੜ੍ਹ ਸਾਹਿਬ, ਜੁਆਇੰਟ ਕਮਿਸ਼ਨਰ ਜਲੰਧਰ, ਅਲੱਗ-ਅਲੱਗ ਪੋਸਟ 'ਤੇ ਮੈਂ ਰਹੀ। ਸਾਡੀ ਕੰਟਰੀ ਨੂੰ ਆਜ਼ਾਦ ਹੋਏ ਸਿਰਫ 75 ਸਾਲ ਹੋਏ ਆ। ਅਮਰੀਕਾ ਕੈਨੇਡਾ ਨੂੰ ਆਜ਼ਾਦ ਹੋਏ 200, 250, 300 ਸਾਲ ਹੋ ਗਏ। ਉਹ ਨੋ ਡਾਊਟ ਡਿਵੈਲਪਡ ਕੰਟਰੀਜ਼ ਹੈ। ਮੇਰੇ ਹਸਬੈਂਡ ਇਲੈਕਟ੍ਰਿਸਿਟੀ ਬੋਰਡ 'ਚ ਐਡੀਸ਼ਨਲ SC ਹੈ। ਬੇਟੀ ਮੇਰੀ ਦਿੱਲੀ ਜੁਡੀਸ਼ੀਅਲ ਸਰਵਿਸ 'ਚ ਹੁਣੀ ਸਿਲੈਕਸ਼ਨ ਉਹਦੀ ਹੋਈ ਹੈ। ਬੇਟਾ STO ਹੈ ਕਾਰਪੋਰੇਸ਼ਨ ਵਿੱਚ। ਇਸ ਤਰ੍ਹਾਂ ਇੱਕ ਅੱਛੀ ਫੈਮਿਲੀ ਹੈ, ਬੱਚੇ ਐਜੂਕੇਟਿਡ ਹੈ ਔਰ ਇੰਡੀਆ 'ਚ ਹੀ ਰਹਿ ਕੇ ਜਿਹੜਾ ਹੈਗਾ ਉਹ ਆਪਣੀ ਫਿਊਚਰ ਜਿਹੜਾ ਦੇਖ ਰਹੇ ਹੈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰਾ ਆਪਣਾ ਵਿਚਾਰ ਹੈ ਕਿ ਇੰਡੀਆ ਜਿਹੜਾ ਡਿਵੈਲਪਿੰਗ ਕੰਟਰੀ ਹੈ, ਆਜ਼ਾਦ ਹੋਏ ਨੂੰ ਇਹਨੂੰ ਸਿਰਫ 75 ਈਅਰਸ ਹੋਏ ਹੈ। ਸਾਡੇ ਬੱਚੇ ਅਮਰੀਕਾ ਜਾਂ ਕੈਨੇਡਾ ਵੱਲ ਉੱਧਰ ਜ਼ਿਆਦਾ ਜਾ ਰਹੇ ਔਰ ਡਿਵੈਲਪਡ ਕੰਟਰੀਜ਼ ਹੈ, ਉਹਨਾਂ ਕੋਲ ਫੈਸਿਲਿਟੀਜ਼ ਹੈ ਅਤੇ ਸਾਡੇ ਬੱਚੇ ਇੱਥੇ ਪੜ੍ਹ ਕੇ ਇੱਥੇ ਦਾ ਪੈਸਾ ਲਗਾ ਕੇ ਉੱਥੇ ਅਰਨ ਕਰ ਰਹੇ ਹਾਂ, ਉੱਥੇ ਭੇਜ ਰਹੇ ਹਾਂ। ਇਹ ਗਲਤ ਹੈ। ਸਾਨੂੰ ਆਪਣੇ ਕੰਟਰੀ ਦੀ ਡਿਵੈਲਪਮੈਂਟ ਵੱਲ ਧਿਆਨ ਦੇਣਾ ਚਾਹੀਦਾ ਹੈ, ਬੱਚਿਆਂ ਨੂੰ ਵੀ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਦਰਸ਼ਕੋ। ਤੁਸੀਂ ਜੁੜੇ ਹੋ ਲੁਧਿਆਣਾ ਪਲੱਸ ਨਿਊਜ਼ ਦੇ ਨਾਲ। ਮੈਂ ਨਵਪ੍ਰੀਤ ਸਿੰਘ ਬੇਦੀ। ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਹੁਣ ਕੁਝ ਉਹਨਾਂ ਸ਼ਖਸੀਅਤਾਂ ਨਾਲ ਮਿਲਾਵਾਂਗੇ ਜਿਨ੍ਹਾਂ ਆਪਣੀ ਮਿਹਨਤ ਦੇ ਸਦਕਾ ਇੱਕ ਨੇਮ, ਫੇਮ, ਇੱਕ ਨਾਮ ਖੱਟਿਆ। ਗੱਲ ਕਰ ਰਹੇ ਹਾਂ ਅੱਜ ਦੇ ਸਮਾਜ ਦੀ, ਜਿੱਥੇ ਨਵੀਂ ਪੀੜ੍ਹੀ ਦੇ ਬੱਚੇ ਪੜ੍ਹ ਲਿਖ ਕੇ ਫੋਰਨ ਕੰਟਰੀਜ਼ ਵੱਲ ਜ਼ਿਆਦਾ ਰੁਖ ਕਰ ਰਹੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਫੋਰਨ ਕੰਟਰੀ ਪੜ੍ਹਾਈ ਵਾਸਤੇ ਜਾਂ ਫਰਦਰ ਆਪਣੇ ਫਿਊਚਰ ਵਾਸਤੇ ਨਹੀਂ ਜਾਣਾ ਚਾਹੀਦਾ, ਲੇਕਿਨ ਪੜ੍ਹ ਲਿਖ ਕੇ ਆਪਣੇ ਦੇਸ਼ ਵਿੱਚ ਪੜ੍ਹ ਲਿਖ ਕੇ ਪੈਦਾ ਹੋ ਕੇ ਜਵਾਨ ਹੋ ਕੇ ਡਿਗਰੀਆਂ ਲੈ ਕੇ ਇੱਕ ਵਾਰ ਆਪਣੇ ਆਪ ਨੂੰ ਅਜ਼ਮਾਉਣਾ ਜ਼ਰੂਰ ਚਾਹੀਦਾ ਹੈ ਕਿ ਕਿਉਂ ਨਾ ਅਸੀਂ ਵੀ ਆਪਣੇ ਦੇਸ਼ ਦੀ ਸੇਵਾ ਕਰੀਏ। ਆਪਣੇ ਭਾਰਤ ਵਿੱਚ, ਇੰਡੀਆ ਵਿੱਚ ਜਾਂ ਆਪਣੇ ਸੂਬੇ ਜੇ ਪੰਜਾਬ ਦੀ ਗੱਲ ਕਰੀਏ, ਕਿਤੇ ਨਾ ਕਿਤੇ ਤਾਂ ਉੱਥੇ ਅਸੀਂ ਜਿਹੜੀਆਂ ਗੌਰਮੈਂਟ ਜੌਬਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਪੀਅਰ ਕਰਕੇ ਤਾਂ ਦੇਖੀਏ ਕਿ ਕੀ ਅਸੀਂ ਐਲੀਜੀਬਲ ਹਾਂ, ਕੀ ਅਸੀਂ ਅਪੀਅਰ ਹੋ ਕੇ ਇਹਦੇ ਵਿੱਚ ਮੈਰਿਟ ਵਿੱਚ ਆ ਸਕਦੇ ਹਾਂ। ਫਿਰ ਹੀ ਅਸੀਂ ਬਾਹਰ ਦੇ ਉਸ ਤੋਂ ਬਾਅਦ ਰੁਖ ਕਰਦੇ ਹੋਏ ਵੀ ਚੰਗੇ ਲੱਗਦੇ ਹਾਂ। ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਨਹੀਂ ਹੈ, ਲੇਕਿਨ ਅੱਜ ਅਸੀਂ ਮੌਜੂਦ ਹਾਂ ਸ਼੍ਰੀਮਤੀ ਅਨੀਤਾ ਦਰਸ਼ੀ ਜੀ ਕੋਲ। 1999 ਬੈਚ ਦੇ PCS ਆਫਿਸਰ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਨੀਤਾ ਜੀ ਨਮਸਕਾਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਜੀ। ਅਤੇ ਅਨੀਤਾ ਜੀ, ਥੋੜ੍ਹੀ ਜਿਹੀ ਆਪਾਂ ਬੇਸ ਤੋਂ ਸਟਾਰਟ ਕਰਾਂਗੇ ਕਿਉਂਕਿ ਤੁਹਾਡੀ ਵੀ ਸਰਵਿਸ ਨੂੰ ਐਟਲੀਸਟ 23 ਸਾਲ ਹੋ ਗਏ ਹੈ। ਕੁਝ ਸਾਲ ਦੀ ਤੁਹਾਡੀ ਸਰਵਿਸ ਹੋਰ ਪਈ ਹੈ, ਲੇਕਿਨ ਆਪਾਂ ਬੇਸ ਤੋਂ ਚੱਲਦੇ ਹਾਂ ਕਿ ਬਚਪਨ ਕਿਵੇਂ ਬੀਤਿਆ, ਬੋਰਨ ਐਂਡ ਬ੍ਰੌਟ ਅਪ ਕਿੱਥੇ ਹੋਏ, ਥੋੜ੍ਹਾ ਜਿਹਾ ਆਪਾਂ ਉੱਥੋਂ ਸ਼ੁਰੂਆਤ ਕਰਦੇ ਹਾਂ। ਮੇਰਾ ਜਨਮ ਪਠਾਨਕੋਟ ਸ਼ਹਿਰ 'ਚ ਹੋਇਆ ਸੀਗਾ। ਮੇਰੇ ਫਾਦਰ PCS ਆਫਿਸਰ ਸੀ ਅਤੇ ਉਹਨਾਂ ਦੀ ਪੋਸਟਿੰਗ ਉਸ ਟਾਈਮ ਉੱਥੇ ਸੀਗੀ ਔਰ ਐਜੂਕੇਸ਼ਨ ਮੇਰੀ ਜਿਹੜੀ ਹੈ ਜ਼ਿਆਦਾ ਲੁਧਿਆਣੇ ਵਿੱਚ ਹੀ ਹੋਈ ਹੈ। ਜਦੋਂ ਉਹਨਾਂ ਦੀ ਪੋਸਟਿੰਗ ਲੁਧਿਆਣਾ ਹੋਈ ਅਤੇ ਇੱਕ ਤਰ੍ਹਾਂ ਦੀ ਲੁਧਿਆਣਾ ਨੂੰ ਹੀ ਮੈਂ ਬਿਲੋਂਗ ਕਰਦੀ ਹਾਂ, ਇੱਥੇ ਹੀ ਹੁਣ ਰਹਿ ਰਹੇ ਹੈ। ਅਤੇ ਮੈਂ ਜਿਹੜਾ PCS ਜੁਆਇਨ ਕੀਤਾ ਹੈਗਾ, ਮੇਰੇ ਫਾਦਰ ਮਦਰ ਦੀ ਇੱਛਾ ਸੀ ਕਿ ਜਿਹੜੀ ਸਰਵਿਸ 'ਚ ਅਸੀਂ ਹੈਗੇ ਹਾਂ ਬੱਚੇ ਉਸ ਤੋਂ ਇੱਕ ਸਟੈਪ ਅੱਗੇ ਜਾਣ। ਚਲੋ ਇੱਕ ਸਟੈਪ ਅੱਗੇ ਤਾਂ ਨਹੀਂ ਮੈਂ ਜਾ ਸਕੀ, ਬਟ ਉਹਨਾਂ ਦੇ ਲੈਵਲ 'ਤੇ ਆ ਗਈ, ਇਹ ਖੁਸ਼ੀ ਮੈਨੂੰ ਹੈ। ਠੀਕ ਹੈ। ਸੋ ਸ਼੍ਰੀਮਤੀ ਅਨੀਤਾ ਦਰਸ਼ੀ ਜੀ, PCS ਆਫਿਸਰ 99 ਬੈਚ ਦੇ, ਥੋੜ੍ਹਾ ਜਿਹਾ ਉਹਨਾਂ ਕੋਲ ਜਾਣਦੇ ਹਾਂ। ਅਨੀਤਾ ਜੀ, 99 ਤੋਂ ਲੈ ਕੇ 2022 23 ਸਾਲ ਦਾ ਸਫ਼ਰ ਕਿੱਥੋਂ ਸ਼ੁਰੂਆਤ ਹੋਈ? ਮਨ 'ਚ ਕੀ ਕੁਛ ਆਇਆ? ਕਿਤੇ ਮਨ 'ਚ ਕੋਈ ਘਬਰਾਹਟ ਤਾਂ ਨਹੀਂ ਆਈ ਸੀ ਸ਼ੁਰੂ ਦੇ ਵਿੱਚ? ਪਹਿਲਾਂ ਤਾਂ ਉਹ ਦੱਸੋ, ਫਿਰ ਉਸ ਤੋਂ ਬਾਅਦ ਜਦੋਂ ਘਬਰਾਹਟ ਨਿਕਲ ਗਈ, ਜਦੋਂ ਲੀਕ ਤੇ ਪੈ ਗਈ, ਜਦੋਂ ਆਪਾਂ ਕਹਿੰਦੇ ਹਾਂ ਵੀ ਟ੍ਰੇਨ ਪਟੜੀ ਤੇ ਚੜ੍ਹ ਗਈ, ਉਸ ਤੋਂ ਬਾਅਦ 23 ਸਾਲ ਦਾ ਸਫ਼ਰ ਕਿਵੇਂ ਬੀਤਿਆ? ਇਸ 23 ਸਾਲ ਦੇ ਸਫ਼ਰ ਵਿੱਚ ਮੈਂ ਇਸ ਤੋਂ ਪਹਿਲਾਂ ਜੁਆਇਨ ਕਰਨ ਤੋਂ ਪਹਿਲਾਂ ਕਾਲਜ ਲੈਕਚਰਾਰ ਵੀ ਰਹੀ ਹਾਂ। ਮੇਰਾ UGC ਕਲੀਅਰ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਆਫਟਰ ਮੈਰਿਜ ਮੈਂ PCS ਕੀਤੀ ਹੈ ਅਤੇ ਫਸਟ ਪੋਸਟਿੰਗ ਮੇਰੀ ਲੁਧਿਆਣਾ AC ਗ੍ਰੀਵੈਂਸਿਸ ਰਹੀ ਹੈ ਅਤੇ ਇਸ ਤੋਂ ਬਾਅਦ ਫਿਰ ਮੈਂ SDM ਸੰਗਰੂਰ, DTO ਮੋਗਾ,
ਕਮਿਸ਼ਨਰ ਮੋਗਾ, ADC ਮੋਗਾ, ਦੈਨ ADC ਫਤਿਹਗੜ੍ਹ ਸਾਹਿਬ, ਜੁਆਇੰਟ ਕਮਿਸ਼ਨਰ ਜਲੰਧਰ, ਅਲੱਗ-ਅਲੱਗ ਪੋਸਟ 'ਤੇ ਮੈਂ ਰਹੀ। ਸੋ ਤੁਸੀਂ ਦੱਸਿਆ ਕਿ ਲੁਧਿਆਣਾ ਆ ਗਏ, ਬਚਪਨ ਦੇ ਵਿੱਚ ਇੱਥੇ ਪੜ੍ਹਾਈ ਵਗੈਰਾ ਪੂਰੀ ਕੀਤੀ ਆਪਣੀ, ਉਸ ਤੋਂ ਬਾਅਦ ਆਪਣਾ ਜਿਹੜਾ ਜ਼ਿੰਦਗੀ ਦਾ ਅਗਲਾ ਪੜਾਅ ਆਉਂਦਾ ਹੈ ਉਹ ਇੱਕ ਮੈਰਿਡ ਲਾਈਫ ਵਾਲਾ ਪੜਾਅ ਆਉਂਦਾ ਹੈ, ਤੇ ਉਹਦੇ ਬਾਰੇ ਥੋੜ੍ਹਾ ਚਾਨਣਾ ਪਾਓ। मेरे हस्बैंड इलेक्ट्रिसिटी बोर्ड च एडिशनल SC हैं। बेटी मेरी दिल्ली जुडिशियल सर्विस च हुणी सिलेक्शन ਉਹਦੀ ਹੋਈ ਹੈ। बेटा STO है कॉरपोरेशन ਵਿੱਚ। ਇਸ ਤਰ੍ਹਾਂ ਇੱਕ ਅੱਛੀ ਫੈਮਿਲੀ ਹੈ, ਬੱਚੇ ਐਜੂਕੇਟਿਡ ਹੈ ਔਰ ਇੰਡੀਆ 'ਚ ਹੀ ਰਹਿ ਕੇ ਜਿਹੜਾ ਹੈਗਾ ਉਹ ਆਪਣੀ ਫਿਊਚਰ ਜਿਹੜਾ ਦੇਖ ਰਹੇ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰਾ ਆਪਣਾ ਵਿਚਾਰ ਹੈ ਕਿ ਇੰਡੀਆ ਜਿਹੜਾ ਡਿਵੈਲਪਿੰਗ ਕੰਟਰੀ ਹੈ, ਆਜ਼ਾਦ ਹੋਏ ਨੂੰ ਇਹਨੂੰ ਸਿਰਫ 75 ਈਅਰਸ ਹੋਏ ਹੈ। ਸਾਡੇ ਬੱਚੇ ਅਮਰੀਕਾ ਜਾਂ ਕੈਨੇਡਾ ਵੱਲ ਉੱਧਰ ਜ਼ਿਆਦਾ ਜਾ ਰਹੇ ਔਰ ਡਿਵੈਲਪਡ ਕੰਟਰੀਜ਼ ਹੈ, ਉਹਨਾਂ ਕੋਲ ਫੈਸਿਲਿਟੀਜ਼ ਹੈ, ਅਤੇ ਸਾਡੇ ਬੱਚੇ ਇੱਥੇ ਪੜ੍ਹ ਕੇ ਇੱਥੇ ਦਾ ਪੈਸਾ ਲਗਾ ਕੇ ਉੱਥੇ ਅਰਨ ਕਰ ਰਹੇ ਆ, ਉੱਥੇ ਭੇਜ ਰਹੇ ਆ, ਇਹ ਗਲਤ ਹੈ। ਸਾਨੂੰ ਆਪਣੇ ਕੰਟਰੀ ਦੀ ਡਿਵੈਲਪਮੈਂਟ ਵੱਲ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਵੀ, ਜਿਹੜੇ ਬੱਚੇ ਉੱਧਰ ਜਾ ਰਹੇ ਆ ਉਹਨਾਂ ਨੂੰ ਆਪਣੇ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇਣਾ ਚਾਹੀਦਾ ਹੈ, ਨਾ ਕਿ ਆਪਣਾ ਪੈਸਾ ਔਰ ਆਪਣਾ ਬ੍ਰੇਨ ਬਾਹਰਲੇ ਮੁਲਕਾਂ 'ਚ ਲਿਜਾ ਕੇ ਉੱਥੇ ਉਹਨਾਂ ਦੀ ਡਿਵੈਲਪਮੈਂਟ ਨੂੰ ਹੋਰ ਵਧਾਉਣਾ ਹੈ। ਇੱਕ ਨਾ ਕਈ ਵਾਰ ਬੱਚਿਆਂ ਦੇ ਨਾ ਦਿਮਾਗ 'ਚ, ਜ਼ਿਹਨ 'ਚ ਇੱਕ ਵਹਿਮ ਜਿਹਾ ਬੈਠਿਆ ਹੋਇਆ ਕਿ ਜੇ ਗੌਰਮੈਂਟ ਜੋਬ 'ਚ ਆਵਾਂਗੇ ਤਾਂ ਫਸ ਜਾਵਾਂਗੇ, ਜਿਹੜੇ ਕੋਈ ਐਪੀਲੇਟ ਅਥਾਰਟੀਜ਼ ਹੁੰਦੀਆਂ ਨੇ ਜਾਂ ਜਿਹੜੇ ਤੁਹਾਡੇ ਸਬੋਰਡੀਨੇਟ ਸੀਨੀਅਰਸ ਹੁੰਦੇ ਨੇ ਉਹਨਾਂ ਦੇ ਕਈ ਵਾਰ ਹੁਕਮ ਮੰਨਣੇ ਪੈਂਦੇ ਨੇ, ਕਈ ਵਾਰ ਦਿਲ ਨਹੀਂ ਕਰਦਾ ਕਿਸੇ ਫਲਾਣੀ ਚੀਜ਼ ਨੂੰ ਕਰਨ ਵਾਸਤੇ, ਲੇਕਿਨ ਸੀਨੀਅਰ ਅਫਸਰ ਕਹਿਣ 'ਤੇ ਕਰਨੀ ਪੈਂਦੀ ਹੈ। ਸੋ ਨਾ ਕਿ ਲੇਮੈਨ ਜੀ ਸੋਚ ਬਣੀ ਹੋਈ ਹੈ, ਇਹ ਕਿੰਨੀ ਕੁ ਸੱਚ ਹੈ ਵੀ ਇਹ ਗੌਰਮੈਂਟ ਸਰਵਿਸ ਦੇ ਦੌਰਾਨ ਜਿੰਨੀ ਵੀ 20, 25, 30 ਸਾਲ ਦੀ ਸਰਵਿਸ ਹੁੰਦੀ ਹੈ ਉਹ 'ਚ ਗੱਲਾਂ ਕਿੰਨੀਆਂ ਕੁ ਸੱਚ ਲੱਗਦੀਆਂ ਤੁਹਾਨੂੰ? ਦੇਖੋ, ਜੌਬ ਜਾਂ ਕੰਮ ਜਾਂ ਬਿਜ਼ਨਸ ਕੋਈ ਵੀ ਕਰ ਲਓ, ਉੱਥੇ ਇੱਕ ਰੂਲ ਰੈਗੂਲੇਸ਼ਨਸ ਤਾਂ ਹੁੰਦੇ ਆ, ਹਾਇਰਾਰਕੀ ਹਰ ਜਗ੍ਹਾ ਹੁੰਦੀ ਹੈ, ਚਾਹੇ ਪ੍ਰਾਈਵੇਟ ਜੌਬ ਹੈ ਚਾਹੇ ਗਵਰਨਮੈਂਟ ਜੌਬ ਹੈ, ਸਾਨੂੰ ਉਹ ਫੋਲੋ ਕਰਨੇ ਹੀ ਪੈਂਦੇ ਆ। ਇੱਕ ਕੰਟਰੀ ਹੈ, ਉਹਨੂੰ ਚਲਾਉਣ ਵਾਸਤੇ ਕੌਨਸਟੀਟਿਊਸ਼ਨ ਬਣਾਇਆ, ਉਹਦੇ ਅਕੋਰਡਿੰਗ ਹੀ ਸਾਰੇ ਸਿਸਟਮ, ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ ਸਾਰੇ ਸੈੱਟ ਹੋਏ ਆ। ਇਸੇ ਤਰ੍ਹਾਂ ਹੀ ਕੋਈ ਵੀ ਇੰਸਟੀਟਿਊਸ਼ਨ ਹੈ ਜਿੱਥੇ ਅਸੀਂ ਕੰਮ ਕਰਦੇ ਹੈਗੇ, ਉਹਦੇ ਰੂਲ ਰੈਗੂਲੇਸ਼ਨ, ਉਹਦੀ ਹਾਇਰਾਰਕੀ ਨੂੰ ਫੋਲੋ ਕਰਾਂਗੇ ਤਾਂ ਹੀ ਇੰਸਟੀਟਿਊਸ਼ਨ ਚੱਲੇਗਾ। ਅਦਰਵਾਈਜ਼ ਗਵਰਨਮੈਂਟ ਜੌਬ 'ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ, ਬੜੀ ਲਿਬਰਟੀ ਹੈ, ਤੁਸੀਂ ਲੋਕਾਂ ਦੀ ਸਮਾਜ ਸੇਵਾ ਵੀ ਕਰ ਸਕਦੇ ਹੈਗੇ ਹੋ। ਸਾਡੇ ਕੋਲ ਇੰਨੀਆਂ ਅੱਛੀਆਂ ਸਕੀਮਸ ਆਉਂਦੀਆਂ, ਸਾਨੂੰ ਲੱਗਦਾ ਹੈ ਕਿ ਅਸੀਂ ਫ੍ਰੀ ਦਾ ਪੁੰਨ ਕੱਟ ਰਹੇ ਹਾਂ, ਅਤੇ ਗਵਰਨਮੈਂਟ ਜੌਬ ਜਿਹੜੀ ਹੈਗੀ ਹੈ ਬਹੁਤ ਅੱਛੀ ਹੈ, ਕਰਨੀ ਵੀ ਚਾਹੀਦੀ ਹੈਗੀ ਹੈ। ਸਰਕਾਰ ਆਪਣੀ ਸਰਕਾਰ ਹੈ। ਤੇ ਤੁਸੀਂ ਬੜੀ ਪਿਆਰੀ ਇੱਕ ਵਰਡ ਬੋਲਿਆ, ਕੌਨਸਟੀਟਿਊਸ਼ਨ। ਜੇ ਆਪਾਂ ਸੰਵਿਧਾਨ ਦੀ ਗੱਲ ਕਰੀਏ, ਕੌਨਸਟੀਟਿਊਸ਼ਨ ਆਫ ਇੰਡੀਆ ਦੀ ਗੱਲ ਕਰੀਏ, ਇਹਦੇ ਜਿਹੜੇ ਵੱਡੇ ਪਿਲਰਸ ਕਹੇ ਜਾਂਦੇ ਨੇ, ਲੈਜਿਸਲੇਚਰ, ਐਗਜ਼ੈਕਟਿਵ ਜਿਵੇਂ ਤੁਸੀਂ ਹੋਗੇ, ਅਤੇ ਜੁਡੀਸ਼ਰੀ ਜਿਵੇਂ ਤੁਹਾਡੇ ਬੇਟੀ ਹੁਣ ਹੋਏ ਆ, ਅਤੇ ਤੁਸੀਂ ਇਹਦਾ ਆਪਸ 'ਚ ਜਿਹੜਾ ਕੋ ਰਿਲੇਸ਼ਨ ਹੈ ਇਹਨੂੰ ਕਿਵੇਂ ਦੇਖਦੇ ਹੋ ਕਿ ਲੈਜਿਸਲੇਟਿਵ ਕਲਾਸ ਹੋ ਗਈ, ਲੈਜਿਸਲੇਚਰਸ ਹੋ ਗਏ, ਐਗਜ਼ੈਕਟਿਵ ਕਲਾਸ ਹੋ ਗਈ ਜਿਨ੍ਹਾਂ ਨੇ ਉਹਨਾਂ ਦੇ ਬਣਾਏ ਹੋਏ ਕਾਨੂੰਨ ਨੂੰ ਤੁਸੀਂ ਇੰਪਲੀਮੈਂਟ ਕਰਨਾ, ਐਕਸੀਕਿਊਟ ਕਰਨਾ, ਫਿਰ ਜੁਡੀਸ਼ਰੀ ਕਲਾਸ ਹੈ ਜਿਨ੍ਹਾਂ ਨੇ ਕੁਛ ਚੰਗਾ ਮਾੜਾ ਹੋਣ 'ਤੇ ਇਨਸਾਫ ਦੇਣਾ। ਤੁਸੀਂ ਇਹਨਾਂ ਦਾ ਆਪਸ 'ਚ ਕੋ ਰਿਲੇਸ਼ਨ ਆਪਣੇ ਇੰਡੀਆ 'ਚ ਫਿਲਹਾਲ ਕਿਵੇਂ ਦੇਖ ਰਹੇ ਹੋ? ਇੰਡੀਆ 'ਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਜਿਹਦੇ ਵਿੱਚ ਤਿੰਨਾਂ ਦਾ ਬੈਲੈਂਸ ਬੜਾ ਅੱਛਾ ਬਣਿਆ ਹੋਇਆ ਹੈ। ਮੈਂ ਪੋਲੀਟੀਕਲ ਸਾਇੰਸ ਦੀ ਸਟੂਡੈਂਟ ਹੈ, MA ਪੋਲੀਟੀਕਲ ਸਾਇੰਸ ਹੈ ਔਰ ਲਾਅ ਵੀ ਕੀਤੀ ਹੋਈ ਹੈ, ਅਤੇ ਇਹਨਾਂ ਦਾ ਸਿਸਟਮ ਜਿਹੜਾ ਹੈਗਾ ਇਹ ਬਹੁਤ ਅੱਛਾ ਬਣਿਆ ਹੋਇਆ ਹੈਗਾ। ਲੈਜਿਸਲੇਚਰ ਕਾਨੂੰਨ ਬਣਾਉਂਦੀ ਹੈ ਜਿਹਨੂੰ ਲੋਕ ਚੁਣਦੇ ਹੈ, ਪਾਰਲੀਮੈਂਟ ਹੋ ਗਈ, ਆਪਣਾ ਅਸੈਂਬਲੀ ਹੋ ਗਈ, ਦੈਨ ਉਹ ਜੋ ਲਾਜ਼ ਬਣਾਉਂਦੇ ਹੈ ਐਗਜ਼ੀਕਿਊਟ ਕਰਦੇ ਆ, ਅਸੀਂ ਲੋਕ ਐਗਜ਼ੀਕਿਊਟ ਕਰਦੇ ਆ। ਜੇ ਕਿਤੇ ਗੜਬੜ ਹੋ ਜਾਂਦੀ ਹੈ ਤਾਂ ਜੁਡੀਸ਼ਰੀ ਬੈਠੀ ਹੈ, ਉਹ ਜੁਡੀਸ਼ੀਅਲ ਰਿਵਿਊ ਵੀ ਕਰ ਸਕਦੀ ਹੈ। ਇਸ ਤਰ੍ਹਾਂ ਸਿਸਟਮ ਜਿਹੜਾ ਹੈਗਾ ਅੱਛਾ ਚੱਲ ਰਿਹਾ। ਸੋ ਦਰਸ਼ਕੋ, ਬੜੀ ਹੀ ਪਿਆਰੀ ਉਹਨਾਂ ਨੇ ਸੇਧ ਦਿੱਤੀ ਹੈ। ਨਾਲ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਤੁਸੀਂ ਆਪਣੀ ਮਿਹਨਤ ਕਰ ਸਕਦੇ ਹੋ, ਪੜ੍ਹ ਲਿਖ ਕੇ ਆਪਣੇ ਹੀ ਦੇਸ਼ ਵਿੱਚ ਰਹਿ ਕੇ ਤੁਸੀਂ ਮਿਹਨਤ ਕਰਕੇ ਜੇ ਇੱਥੇ ਕੋਈ ਸਰਕਾਰੀ ਜੌਬ ਵਿੱਚ ਅਪੀਅਰ ਹੁੰਦੇ ਹੋ, ਪਹਿਲਾਂ ਤਾਂ ਐਲੀਜੀਬਲ ਹੁੰਦੇ ਹੋ, ਫਿਰ ਅਪੀਅਰ ਹੁੰਦੇ ਹੋ, ਅਤੇ ਫਿਰ ਤੁਸੀਂ ਮੈਰਿਟ ਦੇ ਆਧਾਰ 'ਤੇ ਚੁਣੇ ਜਾਂਦੇ ਹੋ, ਤਾਂ ਇੱਥੇ ਵੀ ਇੱਕ ਬੜਾ ਵਧੀਆ ਇੱਕ ਫਿਊਚਰ ਦਾ ਸਕੋਪ ਬਣ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਹਰੇਕ ਬੱਚੇ ਨੇ ਪੜ੍ਹ ਲਿਖ ਕੇ ਲੱਖਾਂ ਰੁਪਏ ਡਾਲਰਾਂ ਦੇ ਰੂਪ 'ਚ ਕਨਵਰਟ ਕਰਕੇ ਬਾਹਰ ਹੀ ਭੇਜਣੇ ਆ। ਸੋ ਨੀਤਾ ਦਰਸ਼ੀ ਜੀ, ਜਾਂਦੇ ਜਾਂਦੇ ਸਾਡੇ ਬੱਚਿਆਂ ਨੂੰ ਇੱਕ ਵਾਰ ਫਿਰ ਸੁਨੇਹਾ ਦੇ ਦਿਓ ਕਿ ਆਪਣੇ ਫਿਊਚਰ ਨੂੰ ਲੈ ਕੇ ਹੁਣ ਕਿਵੇਂ ਸੋਚਣ। ਮੈਂ ਇਹੀ ਰਾਏ ਦਊਂਗੀ ਔਰ ਅਪੀਲ ਵੀ ਹੈ ਕਿ ਆਪਣੇ ਦੇਸ਼ 'ਚ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈਗੀ ਹੈ, ਇਹਦੇ ਡਿਵੈਲਪਮੈਂਟ 'ਚ ਯੋਗਦਾਨ ਦੇਣਾ ਚਾਹੀਦਾ ਹੈ। ਸਾਡੀ ਕੰਟਰੀ ਨੂੰ ਆਜ਼ਾਦ ਹੋਏ ਸਿਰਫ 75 ਸਾਲ ਹੋਏ ਆ, ਅਮਰੀਕਾ ਕੈਨੇਡਾ ਨੂੰ ਆਜ਼ਾਦ ਹੋਏ 200, 250, 300 ਸਾਲ ਹੋ ਗਏ। ਉਹ ਨੋ ਡਾਊਟ ਡਿਵੈਲਪਡ ਕੰਟਰੀਜ਼ ਹੈ। ਸਾਨੂੰ ਵੀ ਆਪਣੇ ਕੰਟਰੀ 'ਚ ਡਿਵੈਲਪਮੈਂਟ ਕਰਨ 'ਚ ਤੁਹਾਨੂੰ ਸਭ ਨੂੰ ਯੋਗਦਾਨ ਦੇਣਾ ਚਾਹੀਦਾ। ਸੋ ਦਰਸ਼ਕੋ, ਇਹ ਸਨ PCS ਆਫਿਸਰ ਸ਼੍ਰੀਮਤੀ ਨੀਤਾ ਦਰਸ਼ੀ, ਜਿਹੜੇ ਖੁਦ ਇੱਕ ex PCS ਅਫਸਰ ਦੇ ਧੀ
ਆਪ ਵੀ ਰਾਈਟ ਨਾਓ PCS ਤੇ ਹਸਬੈਂਡ ਵੀ ਉਹਨਾਂ ਦੇ ਗੌਰਮੈਂਟ ਜੌਬ ਦੇ ਵਿੱਚ ਤੇ ਬੇਟੇ ਵੀ ਉਹਨਾਂ ਦੇ ਗੌਰਮੈਂਟ ਜੌਬ ਦੇ ਵਿੱਚ ਕਾਰਪੋਰੇਸ਼ਨ ਵਿੱਚ ਤੇ ਬੇਟੀ ਹੁਣ ਜਿਹੜੇ ਰੀਸੈਂਟਲੀ ਥੋੜ੍ਹੀ ਦੇਰ ਪਹਿਲਾਂ ਹੀ ਜੱਜ ਬਣੇ ਨੇ ਦਿੱਲੀ ਦੇ ਵਿੱਚ। ਸੋ ਬੜੀ ਵੱਡੀ ਚੀਜ਼ ਹੈ ਕਿ ਜੇ ਅਫਸਰ ਫੈਮਿਲੀ 'ਚ ਹੋ ਕੇ ਆਪ ਬੱਚਾ ਅਫਸਰ ਬਣ ਸਕਦਾ ਹੈ ਤੇ ਅੱਗੇ ਆਪਣੇ ਬੱਚਿਆਂ ਨੂੰ ਵੀ ਅਫਸਰ ਹੀ ਬਣਾ ਸਕਦਾ ਹੈ, ਤਾਂ ਕਿਉਂ ਨਾ ਅਸੀਂ ਵੀ ਜਿਹੜੇ ਅਜਿਹੇ ਅਫਸਰ ਨੇ ਤੇ ਉਹਨਾਂ ਦੀ ਅਸੀਂ ਸਿਹਤ 'ਤੇ ਚੱਲਦਿਆਂ ਹੋਇਆਂ, ਲੀਕ 'ਤੇ ਚੱਲਦਿਆਂ ਹੋਇਆਂ ਅਸੀਂ ਵੀ ਆਪਣੇ ਫਿਊਚਰ ਨੂੰ ਆਪਣੇ ਦੇਸ਼ ਦੇ ਵਿੱਚ ਹੋਰ ਜ਼ਿਆਦਾ ਗਰੋ ਕਿਉਂ ਨਹੀਂ ਕਰ ਸਕਦੇ? ਅਸੀਂ ਆਪਣੇ ਮੁਲਕ 'ਚ ਰਹਿ ਕੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਿਉਂ ਨਹੀਂ ਕਰ ਸਕਦੇ? ਕੈਮਰਾਮੈਨ ਰਾਜਕੁਮਾਰ ਰਾਜਨ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਪਲੱਸ ਨਿਊਜ਼।